बिस्मिल्लाहिर्रहमानिर्रहीम अस्सलामुअलैकुम। वेलकम टू द फार्मिंग टिप्स। मोअज़्ज़ज़ नाज़रीन, कैसे हैं आप नाज़रीन? आज मैं आपको एक बड़े ज़बरदस्त डेयरी फार्म पे लेकर आया हूँ। सियालकोट में वाक़या इस डेयरी फार्म की कैपेसिटी तकरीबन 95 जानवर हैं। इसको संभालने वाले 3 भाई हैं और तीनों भाई बड़े ही मेहनतकश, समझदार और बड़े अच्छे सलीके से इस काम को चला रहे हैं। आज हम उनसे उनकी मैनेजमेंट, उनकी सलीका शायरी और उनके काम करने के स्टाइल के बारे में जानेंगे और उनसे भैंसों के हवाले से बहुत अच्छी मालूमात हासिल करने की कोशिश करेंगे जो हर नए फार्मर के काम आ सकती हैं। और अगर आप पुराने फार्मर हैं तो फिर भी आपको इस वीडियो से फ़ायदा हो सकता है, लेकिन फ़ायदा पहुंचने की शर्त सिर्फ यह है कि आप वीडियो को शुरू से लेकर आखिर तक देखें ताकि आपको बात मुकम्मल तौर पे समझ आ सके कि भाई ने आपको क्या समझाने की कोशिश की है। अगर आप ये वीडियो देखेंगे तो अल्लाह ताला के फजल व करम से आपको ज़रूर फ़ायदा होगा। तो चलिए प्रॉपर इंटरव्यू स्टार्ट करते हैं, लेकिन उससे पहले आपको याद कराना चाहूँगा कि अगर आप हमारे चैनल पर नए हैं या अभी तक आपने चैनल सब्सक्राइब नहीं किया तो जल्दी से चैनल को सब्सक्राइब करके बेल आइकन दबाएं ताकि हर नई बनने वाली वीडियो की इत्तला आप तक बर वक्त पहुंच सके और आप फार्मिंग से मुतल्लिक नित नई मालूमात से फ़ायदा उठाते रहें। तो चलें प्रॉपर इंटरव्यू स्टार्ट करते हैं। अस्सलाम वालेकुम। वालेकुम अस्सलाम। भाईजान की हाल चाल है? शुक्र अल्हम्दुलिल्लाह भाई। भाईजान की ना अपना? मेरा नाम भाई नवीद गुजर। नवीद भाई माशाल्लाह किन्ने अरसे तो मज्जां दा काम करदे हो पे? भाई प्यो दादे तो माल का काम कर रहे हैं। प्यो दादे तो? हाँ जी। तो इस टाइम माशाल्लाह कितना का माल मौजूद है? डंगर माशाल्लाह है कोई 90-95 छोटे बड़े। जबरदस्त जबरदस्त। हाँ जी। बट साडी एक खासियत है ना, ਅਸੀਂ माल बाहरों ਲੈਣਾ ਹੁੰਦਾ। ठीक है। हाँ, ਬਜ਼ੁਰਗਾਂ ਨੇ ਬਈਆਂ ਲਿਆਂਦੀਆਂ ਹਨ ਪਹਿਲਾਂ ਬਾਹਰੋਂ। ठीक है। ਤੇ ਫਿਰ ਉਹਨਾਂ ਮਈਆਂ ਤੋਂ ਹੀ ਨਸਲ ਪਾਲਨੇ ਆ। ठीक है। ਕੋਸ਼ਿਸ਼ ਕਰੀ ਦੀ, ਮਿਹਨਤ ਕਰ ਲਈ ਦੀ ਹੈ। ठीक है। हाँ जी। सही है। ਮਾਲ ਸੋਇਆ ਹੋਏ ਕੋਸ਼ਿਸ਼ ਕਰੀ ਦੇ ਯਾਰ, ਮਿਹਨਤ ਕਰਕੇ ਉਹ 4 ਪੈਸੇ ਪਿੱਛੇ ਪਾਈਏ ਦੇ ਨਾਲ ਬੱਚੇ ਪਾਲ ਲਈਦੇ ਨੇ, ਉਹ ਹੀ ਸਾਡਾ ਅਸਲ ਫਾਇਦਾ ਹੁੰਦਾ ਮਾਲ ਵਾਲਿਆਂ ਬੰਦਿਆਂ ਦਾ। ਸਹੀ ਹੈ। ਬਾਅਦ ਕਾਦਾ ਡੇਅਰੀ ਫਾਰਮ ਵਾਲੇ ਨਵੇਂ ਬੰਦੇ ਜਿਹੜੇ ਨੇ ਉਹ ਬਾਅਦ ਕਾਦਾ ਨਵਾਂ ਮਾਲ ਪਾਉਂਦੇ ਨੇ, ਉਹ ਮਾਲ ਦੇ ਉਸ ਨਹੀਂ ਕਰਦੇ, ਕਹਿੰਦੇ ਕੱਲ ਨੂੰ ਸੁੱਕਣਾ ਹੈ। ਉਸ ਕਰਕੇ ਜ਼ਿਆਦਾਤਰ ਡੇਅਰੀ ਫਾਰਮ ਜਿਹੜੇ ਇਹਨਾਂ ਨਾਕਾਮ ਹੋ ਜਾਂਦੇ ਨੇ ਇੱਥੋਂ ਆ ਕੇ, ਤੇ ਉਹਨਾਂ ਇਹ ਨਹੀਂ ਵੇਖਣਾ ਕਿ ਯਾਰ ਕੱਲ੍ਹ ਨੂੰ ਸੁੱਕਣੀਆਂ ਵੀ ਨੇ, 2-3 ਮਹੀਨੇ ਜਦੋਂ ਮਾਲ ਨੇ ਲੈਣੇ ਨੇ ਕਿੱਥੋਂ ਪਾਵਾਂਗੇ ਇਹਨਾਂ ਨੂੰ। ਸਹੀ ਹੈ। ਜ਼ਿਆਦਾ ਲੋਕ ਫਿਰ ਜਿਹੜੇ ਇਹਨਾਂ ਨਾਕਾਮ ਹੋ ਜਾਂਦੇ ਨੇ ਕੰਮ 'ਚ। ਠੀਕ ਹੈ। ਕੁਛ ਘਰ ਦਾ ਮਾਲ ਬੱਚੇ ਬੰਦਾ ਜੇ ਮਿਸਾਲ 50 ਮਈਆਂ ਸੂਈਆਂ ਨੇ ਤੇ 15 ਬੱਚੜੇ ਵੀ ਪਾਲ ਲਾਂਗੇ ਨਾ ਤੇ ਉਹ ਸਾਲ ਦੀਆਂ ਚਲੋ ਕੋ 5-7-10 ਕੱਟੀਆਂ ਰਲਣਗੀਆਂ ਤੇ ਉਹ ਹੀ ਬੰਦੇ ਦੀ ਬੱਚਤ ਹੁੰਦੀ ਹੈ। ਬਾਹਰੋਂ ਮਾਲ ਲੈਣ ਨਾਲੋਂ ਬੰਦਾ ਕਰਜ਼ੇ ਕੋ ਬਚ ਜਾਂਦਾ। ਠੀਕ ਹੈ। ਜ਼ਿਆਦਾਤਰ ਲੋਕ ਇਹ ਗੱਲਾਂ ਨਹੀਂ ਸੋਚਦੇ ਆ। ਠੀਕ ਹੈ। ਯੈਸ਼ੀਅਲ ਟੁੱਟ ਜਾਂਦੇ ਨੇ, ਜ਼ਿਆਦਾਤਰ ਡੇਅਰੀ ਫਾਰਮ ਇੱਥੋਂ ਨੂੰ ਕੰਮ ਹੋ ਜਾਂਦੇ। ਠੀਕ ਹੈ। ਤੇ ਅਸੀਂ ਮਾਸ਼ਾਅੱਲਾ ਚਲੋ ਘਰ ਦੀਆਂ ਸਾਡੇ ਇਕੱਠੀਆਂ ਰਲ ਪੈਂਦੀਆਂ ਨੇ। ਉਹ ਗਾਈਆਂ ਨੇ ਮਾਸ਼ਾਅੱਲਾ 8-10, ਕੋਈ 2-3 ਵੱਛੀਆਂ ਸੂ ਪੈਂਦੀਆਂ ਨੇ, ਕੋਈ ਕੱਟੀਆਂ 7-8 ਸੂ ਪੈਂਦੀਆਂ ਨੇ। ਠੀਕ ਹੈ। ਤੇ ਉਹ ਸੋਹਣਾ ਨਿਜ਼ਾਮ ਪਿਆ ਚੱਲਦਾ। ਠੀਕ ਹੈ। ਬਾਅਦ ਕਾਦ ਲੋਕ ਨਾ ਮਾਲ ਖੋਲਦੇ ਨੇ ਜਿੱਥੋਂ ਨਾਕਾਮ ਹੋ ਜਾਂਦੇ ਡੇਅਰੀ ਫਾਰਮ ਵਾਲੇ, ਮਾਰ ਰਹਿਣਾ ਹੁੰਦਾ ਕਿੱਲਿਆਂ ਦੇ ਉੱਤੇ। ਠੀਕ ਹੈ। ਜਾਂ ਨਾਲ ਪੈਲੀ ਬੰਨਾ ਆਪਣਾ ਹੋਏ, ਮਜ਼ੀਦ ਬੱਚਤ ਹੋ ਜਾਂਦੀ ਬੰਦੇ ਨੂੰ। ਠੀਕ ਹੈ। ਹਾਂਜੀ। ਲੋਕ ਮਾਲ ਲਿਆ ਕਿੱਲਿਆਂ ਤੇ ਬੰਨ ਲੈਂਦੇ ਨੇ, ਤੂੜੀ ਬੰਦੇ ਦਾ ਜ਼ੋਰ ਰੱਖਦੇ ਨੇ। ਇਹ ਨਹੀਂ ਜੀ ਕਿਸੇ ਕੋਲ ਪੈਲੀ ਨਹੀਂ ਹੁੰਦੀ, ਬਾਹਰ ਦਾ ਪੈਸਾ ਹੁੰਦਾ, ਲੋਕ ਉਹ ਪੈਸੇ ਦੇ ਤੇ ਯਾਸ਼ੀ ਕਰਦੇ ਨੇ, ਪਹਿਲੇ ਮਈਆਂ ਇਕੱਠੀਆਂ ਕਰ ਲੈਂਦੇ ਨੇ। ਐ ਨਹੀਂ ਵੇਖਣਾ ਕਿ 20 ਮਈਆਂ ਨੇ 20 ਮਈਆਂ ਪਹੁੰਚਾ ਸਕਨੇ ਆ। ਉਹ ਲੋਕੀ ਕੋਸ਼ਿਸ਼ ਕਰਦੇ ਨੇ 20 ਨੇ, ਆਉਂਦੇ ਨੇ ਯਾਰ ਹੋਰ ਲਿਆ ਪੁਛਪਾਈ ਜਾਂਦੀ ਜਿਵੇਂ ਬੰਦੇ ਨੂੰ 10 ਹੋਣਾ ਹੁੰਦਾ, 20 ਹੋਣ, 20 ਦਾ 40 ਹੋਣ, ਲੇਕਿਨ ਕੋਈ ਤਰੀਕੇ ਕਾਰ ਨਾਲ ਬੰਦਾ ਚਲੇ ਨਾ, ਸਮਝੇ ਅੱਗੋਂ ਮਈਆਂ ਮੌਸਮ ਨਾਲ ਸੁੱਕ ਗਈਆਂ ਨੇ, ਸੁੱਕਣ ਲੱਗੀਆਂ ਨੇ। 20 ਮਈਆਂ ਨੇ ਤੇ 10 ਮਈਆਂ ਹੋਰ ਪਾ ਲਾਂਗੇ, ਸਾਡਾ ਨਿਜ਼ਾਮ ਚੱਲਦਾ ਰਹੇਗਾ। ਉਹ ਲੋਕੀ ਉਹ ਸੁਕਾ ਕੇ ਉਹ ਜੋ ਸੁੱਕ ਜਾਣੀਆਂ ਨੇ ਫਿਰ ਅਲਾ ਕਰ ਛੱਡਦੇ ਨੇ, ਇੱਕ ਵਾਰੀ ਪਰੇਸ਼ਾਨ ਹੋ ਜਾਂਦੇ ਨੇ, ਮਈਆਂ ਵੇਚ ਛੱਡਦੇ ਨੇ, ਫਿਰ ਨਵੀਆਂ ਮਈਆਂ ਲੈ ਆਉਂਦੇ ਨੇ। ਉਹ ਮਈ ਮਿਸਾਲ 2.5 ਲੱਖ ਦੀ ਆਈਏ, ਸੁੱਕਦੀ ਹੈ ਮਈ ਵਿਕਦੀ 1.5 ਲੱਖ ਦੀ, ਲੱਖ ਰੁਪਏ ਘਾਟਾ ਪਿਆ ਕਿ ਨਹੀਂ। ਠੀਕ ਹੈ। ਲੋਕੀ ਇਹ ਜਿਹੜਾ ਨਾ ਉਸ ਨਹੀਂ ਆਪਣੀ ਕੱਢਦੇ ਆ। ਅੱਛਾ ਇਹ ਦੱਸੋ ਤੁਸੀਂ ਮੈਨੂੰ ਕਿ ਤੁਸੀਂ ਕਿੰਨੀਆਂ ਮੱਝਾਂ ਤੋਂ ਇਹ ਸਫ਼ਰ ਸ਼ੁਰੂ ਕੀਤਾ ਸੀ, 90-95 ਮੱਝਾਂ ਤੱਕ ਪਹੁੰਚ ਗਏ ਹੋ? ਇਹ ਮਾਸ਼ਾਅੱਲਾ ਸਾਡੇ ਤਾਏ ਹਰਾਂ ਨੂੰ ਜਿਹੜਾ ਨਾ ਮਾਲ ਇੱਕ ਦੋ ਡੰਗਰ ਸੀ ਪਹਿਲੇ, ਫਿਰ 2-4 ਐਸੇ ਤਰ੍ਹਾਂ ਫਿਰ ਗਾਈਆਂ ਹਨ ਪਹਿਲੇ। ਠੀਕ ਹੈ। ਫਿਰ ਗਾਈਆਂ ਤੋਂ ਹੀ ਮਈਆਂ ਬਣਾਈਆਂ ਨੇ। ਠੀਕ ਹੈ। ਗਾਂ ਦੇ ਦੁੱਧ ਦਾ ਜਿਹੜਾ ਨਾ ਨਿਜ਼ਾਮ ਜਿਹੜਾ ਨਹੀਂ ਸਾਡਾ ਚੱਲਦਾ। ਠੀਕ ਹੈ। ਹੁਣ ਮਾਸ਼ਾਅੱਲਾ ਮਈਆਂ ਅੱਬੇ ਵਾਲ ਸਾਹਿਬ ਹਰਾਂ ਲਿਆਂਦੀਆਂ ਹਨ ਮਈਆਂ, ਕੋਈ ਆਈਆਂ ਨੇ ਕਾੜੇ ਤੋਂ ਇੱਕ ਗੱਡੀ। ਠੀਕ ਹੈ। 6 ਮਈਆਂ ਉੱਥੋਂ ਲਈਆਂ ਨੇ। ਠੀਕ ਹੈ। 6 ਮਈਆਂ ਆਈਆਂ ਦੀਆਂ ਨੇ ਰਾਵੀ ਤੋਂ। ਠੀਕ ਹੈ। 6 ਮਈਆਂ ਨੀਲੀ ਤੋਂ ਲਈਆਂ ਨੇ। ਠੀਕ ਹੈ। ਐਸੇ ਤਰ੍ਹਾਂ 4 ਗੱਡੀਆਂ ਮਈਆਂ ਲਈਆਂ ਨੇ। ਉਹ ਤੋਂ ਮਾਸ਼ਾਅੱਲਾ ਹੁਣ ਉਹਨਾਂ ਦੀ ਅਕਬਰ ਨਸਲ ਹੈ ਸਾਡੇ ਕੋਲ। ਠੀਕ ਹੈ। ਤੇ ਉਹ ਹੀ ਨਸਲ ਸਾਡੇ ਕੋਲ ਚੱਲਦੀ ਵਿਕਾਰ। ਉਸੇ ਨਸਲ ਨੂੰ ਤੁਸੀਂ ਆਪ ਹੀ? ਹਾਂਜੀ, ਉਸੇ ਨਸਲ ਤੋਂ ਹੀ ਜਿਹੜਾ ਨਾ ਆਪ ਹੀ ਉਸ ਜਿਹੜੀ ਵਧਾ ਰਹੇ ਹਨ। ਅੱਛਾ, ਆਮ ਤੌਰ ਤੇ ਸੁਣਨ ਚ ਆਉਂਦਾ ਕਿ ਜਿਹੜੇ ਬੰਦੇ ਦੁੱਧ ਦਾ ਕਾਰੋਬਾਰ ਕਰਦੇ ਨੇ ਉਹਦੇ ਬੱਚੇ ਮਰ ਜਾਂਦੇ ਨੇ, ਉਹ ਤਵੱਜੋ ਨਹੀਂ ਕਰਦੇ, ਤੁਸੀਂ ਕੀ ਕਰਦੇ? ਉਹ ਤਵੱਜੋ ਹੈ ਇਹ ਭਾਜੀ, ਜੇ ਹੁਣ ਵੰਡ ਵਾਲਾ ਦੁੱਧ ਹੈ ਨਾ ਇਹ ਗਰਮ ਹੁੰਦਾ ਹੈ। ਅੱਜ ਕੱਲ੍ਹ ਜ਼ਿਆਦਾਤਰ ਲੋਕ ਵੰਡਾ ਇਸਤੇਮਾਲ ਕਰਦੇ ਨੇ। ਆਸਟ੍ਰੇਲੀਅਨ ਵੰਡਾ ਹੋ ਗਿਆ, ये हो गया, मिनरल फीड हो गई, जो भी ना हरा वगैरह वंडे मकई दे गर्म होंगे ने। ठीक है। वो दुध भी गर्म होंगे, वजनी होंगे, बच्चा जिहड़ा वो कमजोर होंगे, वो बचांदा नहीं है ना। सही है। नाल बच्चे नहाना पैंदा दो टाइम गर्मी मौसम के हिसाब नाल भाई सारा कुछ करना पैंदा। ठीक है। ठीक है। ज़्यादातर लोग ऐ नहीं वेंदे आ, वो वेंदे ने वड्डी मई नवा रहे हैं या वंड खांदी है भी कोई गल नहीं, जाल दुध छड़ छड़िया किसी ने वध छड़ छड़िया। ठीक है।
तो ਉਹ ਬੱਚੇ ਨੂੰ ਕਵਰ ਕਰਨਾ ਪੈਂਦਾ ਮੌਸਮ ਜੋ ਆਪਣਾ ਬੱਚਾ ਜਿਹੜਾ ਹੈ ਗਰਮੀ 'ਚ ਕਿੰਨੇ ਲਾਡ ਲਡਾਨੇ ਆ ਇਸੇ ਤਰ੍ਹਾਂ ਮਾਲ ਦਾ ਜਿਹੜਾ ਬੱਚਾ ਵੀ ਬੱਚਾ ਹੀ ਹੁੰਦਾ ਨਾ ਬੱਚੇ ਦਾ ਤਵੱਜੋ ਉਸ ਤਰ੍ਹਾਂ ਨਹੀਂ ਕਰਨੀ ਜਿਸ ਤਰ੍ਹਾਂ ਆਪਣੇ ਬੱਚੇ ਦੀ ਕਰਦੇ ਹੋ ਤੇ ਫੇਰ ਬੱਚੇ ਬਚਣ ਦੇ ਫੇਰ ਹੀ ਬੱਚਾ ਬਚਦਾ ਠੀਕ ਹੈ ਜ਼ਿਆਦਾਤਰ ਉਹਦੀ ਮਹੀਨੇ ਡੇਢ ਦੀ ਬਹੁਤੀ ਜਿਹੜੀ ਐਵਰੇਜ ਹੁੰਦੀ ਹੈ ਜੀ ਠੀਕ ਧਿਆਨ ਕਰਨਾ ਤਵੱਜੋ ਕਰਨੀ ਪੈਂਦੀ ਹੈ ਜਦੋਂ ਉਹ ਥੋੜਾ ਬਹੁਤਾ ਹਰਾਕ ਖਾਣ ਲੱਗ ਪੈਂਦਾ ਨਾ ਫੇਰ ਬੰਦਾ ਕੋ ਲਾਪਰਵਾਹੀ ਵੀ ਕਰ ਜੇਗਾ ਨਾ ਤੇ ਉਹ ਬਰਦਾਸ਼ਤ ਕਰ ਜਾਂਦਾ ਚੱਲ ਜਾਂਦਾ ਠੀਕ ਹੋ ਗਿਆ ਨਵੀਦ ਸਾਹਿਬ ਤੁਸੀਂ ਦੱਸਿਆ ਕਿ ਤੁਸੀਂ ਪਹਿਲੇ ਗਾਈਆਂ ਰੱਖੀਆਂ ਹਨ ਜੀ ਹੁਣ ਮਾਸ਼ਾਅੱਲਾ ਤੁਹਾਡੇ ਕੋਲ ਜ਼ਿਆਦਾ ਜਾਨਵਰ ਮੱਝਾਂ ਨੇ ਹਾਂਜੀ ਅਦੀ ਕੀ ਵਜ੍ਹਾ ਬਣੀ ਹੈ ਤੁਸੀਂ ਗਾਈਆਂ ਛੱਡ ਕੇ ਮੱਝਾਂ ਵਾਲੇ ਪਾਸੇ ਗਾਈਆਂ ਤੋਂ ਭਾਈ ਜ਼ਿਆਦਾ ਲੱਗਦਾ ਨਹੀਂ ਨਾ ਸ਼ਹਿਰਦਾਰੀ 'ਚ ਹਾਂ ਲੋਕੀ ਜ਼ਿਆਦਾ ਪਸੰਦ ਨਹੀਂ ਹਨ ਕਰਦੇ ਉਹਦੀ ਵਜ੍ਹਾ ਨਾਲ ਮਜਬੂਰੀ ਸੀ ਗਾਈਆਂ ਮਾਸ਼ਾਅੱਲਾ ਹੁਣ ਵੀ 8-9 ਹੈ ਨੇ ਮੇਰੇ ਕੋਲ ਵੈਸੇ ਜ਼ਿਆਦਾ ਬਚਤ ਗਾਈਆਂ 'ਚ ਮੱਝਾਂ 'ਚ ਵੇ ਨਹੀਂ ਮੱਝਾਂ 'ਚ ਹੀ ਜ਼ਿਆਦਾ ਗਾਈਆਂ ਜਿਹੜੀਆਂ ਨੇ ਦੋਗਲੀਆਂ ਨੇ ਨਾ ਐਤਲ ਦੀਆਂ ਚਿਸ਼ਤੀਆਂ ਦੀਆਂ ਸਾਈਵਾਲ ਦੋਗਲੀਆਂ ਉਹ ਗਾਈਆਂ ਬੱਚੇ ਜਿਹੜੀ ਵਲੈਤਨ ਗਾਂ ਹੈ ਉਹ ਉੱਥੇ ਨਹੀਂ ਬਚਦੀ ਠੀਕ ਹੈ ਉਹ ਜ਼ਿਆਦਾ ਮਿਹਨਤ ਮੰਗਦੀ ਹੈ ਠੀਕ ਹੈ ਉਹ ਹਰ ਪੱਖੇ ਵਗੈਰਾ ਏਸੀ ਇਹ ਉਹ ਗੰਡੇ ਮਰਚਾਂ ਬੜੀ ਕੇਅਰ ਕਰਨੀ ਪੈਂਦੀ ਹੈ ਅੱਜ ਕੱਲ 3-4 ਮਹੀਨੇ ਦੇ ਭਾਵੇਂ ਜਿੰਨੀ ਮਰਜ਼ੀ ਵੀ ਕੇਅਰ ਕਰੋ ਨਾ ਵਲੈਤਨ ਗਾਂ ਜਿਹੜੀ ਨਾ ਪਾਕਿਸਤਾਨ ਦੇ ਗਰਮ ਇਲਾਕਿਆਂ ਦੇ ਵਿੱਚ ਨਿੱਲੇ ਉਹ ਮਰੀ ਸਾਈਡ ਵੱਲ ਹੋਈ ਹੈ ਨਾ ਉਹਨਾਂ ਇਲਾਕਿਆਂ ਠੰਡੇ ਇਲਾਕਿਆਂ ਜਿਹੜਾ ਨਾ ਤੇਰਾ ਬੱਚਤ ਆਈ ਜਾਂਦੀ ਹੈ ਹੁਣ ਮਾਸ਼ਾਅੱਲਾ ਸਿਆਲ ਜੀ ਤੇ ਮਾਸ਼ਾਅੱਲਾ ਮੇਰੇ ਕੋਲ ਗਾਈਆਂ ਵਲੈਤਨਾਂ ਜਿਹੜੀਆਂ ਨਾ 26 ਕਿਲੋ ਵੀ ਦਿੰਦੀਆਂ ਰਹੀਆਂ ਪਹਿਲਾਂ ਬੱਚੀਆਂ ਜਿਹੜੀਆਂ ਤੇ ਅੱਜ ਕੱਲ ਗਰਮੀ 'ਚ ਜੋ ਮਰਜ਼ੀ ਵੀ ਕੋਈ ਕਰੇ ਤੇ ਨਹੀਂ ਪੇਸ਼ ਨਹੀਂ ਜਾਂਦੀ ਮੱਝਾਂ ਚੰਗੀਆਂ ਮੱਝਾਂ ਦੀ ਕੀ ਔਸਤ ਜਾ ਰਹੀ ਜੇ ਦੁੱਧ ਦੀ ਇਸ ਟਾਈਮ ਕਿੰਨਾ ਦੇ ਛੱਡਦੀਆਂ ਦਿਹਾੜੀ 'ਚ ਦਿਹਾੜੀ 'ਚ ਮੇਰੇ ਕੋਲ ਮਾਸ਼ਾਅੱਲਾ ਮਈਆਂ ਨੇ ਕੋਈ 18 ਕਿਲੋ ਤਰਾ 17-18 ਕਿਲੋ ਤਰਾ ਉਹਦੀ ਵਜ੍ਹਾ ਹੈ ਕਿ ਮੇਰਾ ਮਾਲ ਜਾਂਦਾ ਬਾਹਰ ਚੁਗਣ ਠੀਕ ਹੈ ਕੁਛ ਇਹੀ ਤਰ੍ਹਾਂ ਕੋਈ ਜਿਹੜਾ ਨਾ ਇਹਨਾਂ ਨੂੰ ਕੋਈ ਲੂਣ ਮਿਰਚ ਲਾ ਸਾਡੀ ਥੋੜੀ ਜਿਹੜਾ ਪਰਹੇਜ਼ ਆ ਕਰਨੇ ਅਸੀਂ ਨਹੀਂ ਸਾਡੀ ਤਵੱਜੋ ਕਰਦੇ ਬੰਦੇ ਹੀ 3 ਮਾਸ਼ਾਅੱਲਾ ਮਾਲ ਜ਼ਿਆਦਾ ਹੈ ਮਾਲ ਬਾਹਰ ਵੀ ਜਾਂਦਾ ਚੁਗਣ ਵੀ ਉਹਦੀ ਵਜ੍ਹਾ ਨਾਲ 95 ਡੰਗਰ ਸੰਭਾਲਦੇ ਹੋ ਹਾਂਜੀ ਬਾਹਰ ਦਾ ਸੱਜੇ ਪੱਠੇ ਬਾਹਰੋਂ ਟਾਲ ਪਵਾਈ ਜਾਂਦੇ ਨਾ ਕੁੱਤਰੇ ਹਾਂਜੀ ਉਹਨਾਂ ਬਾਹਰ ਸੁੱਟ ਜਾਣੇ ਨੇ ਤੇ ਗੋਇਆ ਵਗੈਰਾ ਜਿਹੜੇ ਇਹਨਾਂ ਬੁੱਢੀਆਂ ਲੱਗੀਆਂ ਨੇ ਤੇ ਅਸੀਂ ਫਿਰ ਮਾਲ ਚੋਣਾ ਗਤਾਵਾ ਕਰਨਾ ਤੂੜੀ ਵੰਡੇ ਦਾ ਤੇ ਮਾਲ ਚੋ ਕੇ ਦੁੱਧ ਸ਼ਹਿਰ ਪਹੁੰਚਾਉਣਾ ਤੁਸੀਂ ਆਪਣੇ ਜਾਨਵਰਾਂ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੁਟੀਨ ਦੱਸੋ ਜਿਹਦੇ ਚ ਵੰਡ ਦਾ ਚਾਰਨ ਦਾ ਸਾਰੇ ਕੰਮ ਦੱਸਣੇ ਜੇ ਸਵੇਰ ਤਕਰੀਬਨ ਅਸੀਂ ਤੂੜੀ ਵੰਡਾ ਪਾਈ ਦਾ ਸਵੇਰ ਮਾਲ ਚੋਲੀ ਦਾ ਸਾਡੀ ਇੱਕ ਗੱਲ ਹੈ ਨਾ ਮਸਲਾ ਲੋਕੀ ਪਾਉਂਦੇ ਨੇ ਸਵੇਰ ਤੂੜੀ ਵੰਡਾ ਘੱਟ ਠੀਕ ਹੈ ਅਸੀਂ 2 ਟਾਈਮ ਤੂੜੀ ਵੰਡਾ ਇੱਕੋ ਜਣਾ ਪਾਉਣਾ ਮਾਲ ਠੀਕ ਹੈ ਹਾਂਜੀ ਸਾਡੇ ਫਿਰ ਮਾਲ ਦੀ ਜਿਹੜੀ ਨਾ ਐਵਰੇਜ ਵੱਜੀ ਰਹਿੰਦੀ ਹੈ ਠੀਕ ਹੋ ਗਿਆ ਹਾਂ ਜੇ ਸੋਗੀ ਨਹੀਂ ਕੋਸ਼ਿਸ਼ ਇਹ ਕਰਨੀ ਹੈ ਯਾਰ ਜਿੱਥੇ 10 ਵੱਜਦੇ ਨੇ ਕੋਈ ਨਹੀਂ ਗੱਲ 5 ਵੱਜ ਜਾਣ ਮਾਲ ਵੱਜ ਜੇ ਠੀਕ ਹੈ ਜ਼ਿਆਦਾਤਰ ਲੋਕ ਇਹ ਗੱਲ ਨਹੀਂ ਸੋਚਦੇ ਉਹ ਬਸ਼ ਹੁੰਦੀ ਪੈਸੇ ਦੀ ਉਹਦੀ ਸੂਈਆਂ ਹੁੰਦੀਆਂ ਨੇ ਉਹ ਪੈਸੇ ਗਿਣਦੇ ਨੇ ਲੇਕਿਨ ਇਹ ਕਰਮ ਵਾਲਾ ਮਾਲ ਐਸਾ ਇਹਨੇ ਸੂਣਾ ਵੀ ਸੁੱਕਣਾ ਵੀ ਇਹ ਸਾਰਾ ਵੰਡ ਕੱਢਣੀ ਪੈਂਦੀ ਹੌਸਲਾ ਹੋਣਾ ਚਾਹੀਦਾ ਬੰਦਿਆਂ 'ਚ ਬਿਲਕੁਲ ਹੁਣ ਮੇਰੇ ਕੋਲ ਕਰਮ ਵਾਲੀਆਂ ਪਿਛਾਂ 24-25 ਮਈਆਂ ਮੇਰੀਆਂ ਜਿਹੜੀਆਂ ਨਾ ਤਰੂ ਗਈਆਂ ਜ਼ਾਇਆ ਹੋ ਗਈਆਂ ਬੱਚੇ ਗਰਮੀ ਨਾਲ ਜੋ ਵੀ ਬਣਿਆ ਵਾਧਾ ਘਾਟਾ ਲੇਕਿਨ ਇਹ ਸਬਰ ਕੀਤਾ ਮਾਲ ਨੂੰ ਵਿੱਚੋਂ ਦੇਖਿਆ ਜਿਹੜਾ ਕੋਈ ਫਾਲਤੂ ਡੰਗਰ ਹੈ ਨਾ ਜਿਹੜਾ ਵੇਚਣ ਵਾਲਾ ਉਹਨੂੰ ਵੇਚ ਕੇ ਦੂਸਰੇ ਮਾਲ ਤੋਂ ਜਿਹੜਾ ਨਾ ਠੀਕ ਹੈ ਅਸੀਂ ਤੂੜੀ ਵੰਡਾ ਸਟਵਾਇਆ ਉਹ ਮਾਲ ਦੀ ਸੇਵਾ ਕੀਤੀ ਹੈ ਚਲੋ ਅੱਲਾਹ ਪਾਕ ਨੇ ਰੰਗ ਲਾਏ ਨੇ ਮਾਲ ਉਹ ਜਿਹੜਾ ਸਾਡਾ ਸੂਪ ਆ ਮਾਸ਼ਾਅੱਲਾ ਹਾਂਜੀ ਜ਼ਿਆਦਾਤਰ ਇਹ ਕੋਸ਼ਿਸ਼ ਕਰਨੀ ਚਾਹੀਦੀ ਨਾਲ ਕੋਈ 2-4 ਕੱਟੇ 5 ਬੰਦਾ ਪਾਲ ਲੈ ਨਾ ਕੱਟੀਆਂ ਤੇ ਬੰਦਾ ਜੋ ਸਮਝਿਆ ਤੂੜੀ ਦਾ ਸੀਜ਼ਨ ਆ ਗਿਆ ਤੂੜੀ ਦੇ ਅੰਦਰ ਭਰ ਲਿਆ ਜ਼ਿਆਦਾਤਰ ਮਾਲ ਵਾਲਿਆਂ ਨੂੰ ਇਹ ਹੀ ਮੇਰੀ ਨਸੀਹਤ ਹੈ ਕਿ ਜਿਹੜਾ ਨਾ 4-5-7 ਕੱਟੇ ਪਾ ਲਿਓ ਸਿਆਲ ਦੁੱਧ ਜਿਹੜਾ ਨਾ ਮੰਦਾ ਹੋ ਜਾਂਦਾ ਦੁੱਧ ਜਿਹੜਾ ਨਾ ਮਸਨ ਦੁਕਾਨਾਂ ਤੇ ਪਿਆ ਰਹਿੰਦਾ ਮਾਲ ਜ਼ਿਆਦਾਤਰ ਸੋਇਆ ਹੁੰਦਾ ਗਾਈਆਂ ਵੀ ਮਈਆਂ ਵੀ ਤੇ ਜ਼ਿਆਦਾਤਰ ਲੋਕ ਇਹ ਨਹੀਂ ਸੋਚਦੇ ਕਿ ਯਾਰ ਕੋਈ 7-8 ਨਾਲ ਜਾ ਪਾਲ ਲੈਣੇ ਕੱਟੇ ਵਗੈਰਾ ਬੱਚੇ ਚਲੋ ਮਿਹਨਤ ਕਰ ਲਾਂਗੇ ਕੋਈ ਘੰਟਾ ਉਸਲੇ ਲੱਗਦਾ 10-12 ਬੱਚਿਆਂ ਦੇ ਜਾਂ ਕੱਟਿਆਂ ਦੇ ਉਹ ਪਾਲੇ ਹੋਣ ਬੰਦਾ ਉਹ 5-7 ਮਹੀਨਿਆਂ ਦੇ ਨਾ ਜੋ ਸਿਆਲ ਢਾਲਦਾ ਨਾ ਗਰਮੀਆਂ ਨੂੰ ਮਾਸ਼ਾਅੱਲਾ 30-40 ਹਜ਼ਾਰ ਦੇ ਨਾ ਕੱਟੇ ਬੱਚੇ ਬਣ ਜਾਂਦੇ ਨੇ ਬੰਦਾ ਉਹ ਦੇ ਕੇ ਜਿੱਥੇ ਕੋਈ ਡੰਗਰ 70-80 ਰਹੇ ਨੇ ਬੰਦਾ 4-5 ਲੱਖ ਦੀ ਤੂੜੀ ਅੰਦਰ ਪਵਾ ਹੜਦਾ ਮਾਲ ਵਾਲੇ ਬੰਦੇ ਦਾ ਕੁਝ ਮਾਲ ਗਰਮੇ ਸੁੱਕਣਾ ਜ਼ਰਾ ਮਾਲ ਜਿਹੜਾ ਖਿੱਚਣੀ ਪੈਂਦੀ ਹੈ ਉਹ ਜਿਹੜੇ ਬੱਚੇ ਨੇ ਨਾ ਉਹ ਫਾਇਦੇਮੰਦ ਆਈ ਜਾਂਦੇ ਨੇ ਉਹ ਤੂੜੀ ਅੰਦਰ ਪੈ ਜਾਂਦੀ 4-5 ਲੱਖ ਦੀ ਚਲੋ ਬੰਦਾ ਅੱਗੋਂ ਮਾਲ ਸੁੱਕਾ ਵੀ ਹੋਏ ਬੰਦਾ ਵੰਡਾ ਲਿਆ ਤੂੜੀ ਘਰ ਪਈ ਯਾਰ ਪਾਈ ਜਾਓ ਠੀਕ ਹੋ ਗਿਆ ਜ਼ਰਾ ਮਾਲ ਦਾ ਨਿਜ਼ਾਮ ਜਿਹੜਾ ਸੈੱਟ ਰਹਿੰਦਾ ਇਹ ਪੁੱਛਣਾ ਚਾਹਾਂਗਾ ਕਿ ਤੁਹਾਡਾ ਫੀ ਜਾਨਵਰ ਦੁੱਧ ਦੇਣ ਵਾਲੇ ਜਾਨਵਰ ਤੇ ਕਿੰਨਾ ਖਰਚਾ ਆ ਜਾਂਦਾ ਔਰ ਤੁਹਾਨੂੰ ਕੀ ਦੇ ਜਾਂਦਾ खर्चा भाई है ये मसला है सूढ़ी चोकर पाई का ना घोड़ी खाल पाई दी सुबह दोपहर शाम हूँ माशाअल्लाह हले मईयां सुखियां ने मेरे को तो दुध मेरे को 32-33 हज़ार रुपये का है लेकिन चोकर कोई 6 बोरे वो बच्चों ने एक तोड़ा पाया 7 बोरे चोकर दे तो कोई 3 तोड़े सूढ़ी दे कोई 8-7-8 मन तूड़ी पाई दी है वो एक मन का तोड़ा जो घोड़ी खाल का पाई का नाल चूरा का नहीं कभी हिसाब लाया कि एक जानवर से कितना खर्चा आ रहा है नहीं भाई है नहीं हिसाब लाया उंज माशाअल्लाह ਜਿਹੜਾ ਨਾ ਤੂੜੀ ਚੋਕਰ ਸੂੜੀ ਜਿਹੜੀ ਹੈ ਨਾ ਸਾਰਾ ਬੈਸਟ ਨਾਲ ਘੋੜੀ ਖਾ ਲੋਣੀ ਜਿਹੜੀ ਹੈ ਨਾ ਬਿਹਤਰੀਨ ਹੈ ਆਸਟ੍ਰੇਲੀਅਨ ਵੰਡੇ ਜਿਹੜੇ ਨੇ ਨਾ ਇਹ ਜ਼ਿਆਦਾਤਰ ਨਹੀਂ ਮੰਨਦਾ ਸਾਡੇ ਸਮਝ ਨਹੀਂ ਆਉਂਦੀ ਯਾਨੀ ਬੱਚਿਆਂ ਵਾਸਤੇ ਨੁਕਸਾਨ ਦੇ ਨੇ ਬੜੀ ਨਾਲੇ ਉਂਝ ਵੀ ਜਿਹੜੇ ਨਾ ਕੁਦਰਤੀ ਚੀਜ਼ਾਂ ਪਾਓ ਜਾਨਵਰ ਹਾਂਜੀ ਕਣਕ ਦਾ ਦਲੀਆ ਪਾ ਲਓ ਠੀਕ ਹੈ ਉਹ ਸਾਰਾ ਨਾ ਬੈਸਟ ਉਹਦੇ ਵਿੱਚ ਹੀ ਜਿਹੜਾ ਨਾ ਉਹਦੇ ਵਿੱਚ ਸੂਜੀ ਨਿਕਲਦੀ ਕਣਕ ਜੀ ਉਹਦੇ ਵਿੱਚੋਂ ਮੈਦਾ ਨਿਕਲਦਾ ਉਹਦੇ ਚੋਕਰ ਬਣਦਾ ਉਹਦਾ ਆਟਾ ਹੁੰਦਾ ਤੇ ਰੋਟੀਆਂ ਪਾ ਲੋਕ ਰੋਟੀਆਂ ਪਾਉਂਦੇ ਨੇ ਰੋਟੀਆਂ ਵੀ ਜ਼ਿਆਦਾਤਰ ਨੁਕਸਾਨਦੇਹ ਦਲੀਆ ਜਿਹੜਾ ਬੈਸਟ ਖਰਾਬ
ਤੁਸੀਂ ਮਾਸ਼ਾਅੱਲਾ ਇਸ ਜਾਨਵਰ ਇੰਨੇ ਜ਼ਿਆਦਾ ਜਾਨਵਰਾਂ ਤੋਂ 3 ਬੰਦੇ ਕੰਮ ਕਰਕੇ ਕਿੰਨਾ ਕੁ ਮੁਨਾਫਾ ਹਾਸਲ ਕਰ ਲੈਂਦੇ ਹੋ ਮਹੀਨੇ ਦਾ ਜਾਂ ਸਾਲ ਦਾ? ਸ਼ੁਕਰ ਅਲਹਮਦੁਲਿਲਾ ਜੋ ਮਾਲ ਹੁਣ ਤੇ ਚਲੋ ਸੁੱਕਾ ਹੈ ਨਾ, ਜੋ ਮਈਆਂ ਸੋਣੀਆਂ ਨੇ ਮਾਸ਼ਾਅੱਲਾ ਮਹੀਨੇ ਦਾ ਰੁਪਈਆ 3-4 ਲੱਖ ਵੀ ਬਚ ਜਾਂਦਾ। ਜ਼ਬਰਦਸਤ ਮਾਸ਼ਾਅੱਲਾ, ਅੱਲਾਹ ਪਾਕ ਮਜ਼ੀਦ। ਤੇ ਚਲੋ ਅੱਜ ਕੱਲ ਚਲੋ 2 ਮਹੀਨੇ ਕਰਮਾਂ ਵਾਲੀ 3 ਚਲੋ ਕੋਈ ਬਾਤ ਨਹੀਂ, ਉਹ ਵੀ ਤਾਂ 7-8 ਮਹੀਨੇ ਖਾਣੀ ਦਿੰਦੀ ਹੈ ਨਾ ਕਰਮਾਂ ਵਾਲੀ। ਅੱਛਾ ਹੁਣ ਇੱਕ ਗੱਲ ਦੱਸਿਓ ਕਿ ਇੰਨੀਆਂ ਤੁਸੀਂ ਮਾਸ਼ਾਅੱਲਾ ਡੰਗਰ ਰੱਖੇ ਨੇ, ਮੱਝਾਂ ਨੇ, ਇਹਨਾਂ ਦੀ ਇਖਤਿਆਤ ਕੀ ਹੈ ਵੇ ਕਿ ਕਿਹੜੀ ਚੀਜ਼ ਤੋਂ ਉਹਨਾਂ ਨੂੰ ਬਚਾਉਣਾ ਚਾਹੀਦਾ? ਕੀ ਐਸੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਯਾਰ ਇਹ ਨਾ ਕਰੋ, ਤੁਸੀਂ ਅਗਰ ਆਪਣੇ ਮਾਲ ਨੂੰ ਬਚਾਉਣਾ ਤੇ ਆਪਣੇ ਮਾਲ ਨੂੰ ਮਹਿਫੂਜ਼ ਰੱਖਣਾ ਤੇ ਬਿਮਾਰੀ ਹੋ ਗਈ ਕੋਈ ਹੋਰ ਮਾਮਲਾ, ਸਫਾਈ ਵਗੈਰਾ, ਗਲਗੋਟੂ ਵਗੈਰਾ ਜਿਹੜਾ ਮਾਲ ਬੰਦਾ ਬਾਹਰ ਚਾਰਦਾ ਨਾ, ਉਹ ਵੈਕਸੀਨ ਜਿਹੜੀ ਹੈ ਨਾ ਗਲਗੋਟੂ ਦੀ ਤੇ ਦੀ ਮੋਕਰ ਦੀ, ਉਹ ਖੋਰ ਵਗੈਰਾ ਦੀ, ਉਹ ਤਰਤੀਬ ਨਾਲ 6 ਮਹੀਨੇ ਬਾਅਦ ਡੇਟ ਹੁੰਦੀ ਹੈ ਟੀਕੇ ਦੀ। 6 ਮਹੀਨੇ ਬਾਅਦ ਟੀਕੇ ਲਗਾ ਕੇ ਰੱਖੇ, ਜਿਹੜਾ ਮਾਲ ਚਾਰਨ ਵਾਲੇ ਬੰਦੇ ਨੇ। ਤੇ ਕਿੱਲੇ ਦੇ ਵੀ ਮਾਸ਼ਾਅੱਲਾ ਜਦੋਂ ਮਾਲ ਵੇਖਿਆ ਕੋਈ ਮਾਲ ਜ਼ਿਆਦਾ ਵੰਡਾ ਖਾਣ ਵਾਲਾ ਮਾਲ ਜਿਹੜਾ ਨਾ, ਉਹ ਵੰਡਾ ਹੀਟ ਅਪ ਹੁੰਦਾ, ਉਹ 'ਚ ਤੇਲ ਵਗੈਰਾ ਜਿਹੜਾ ਨਾ ਅੱਜ ਕੱਲ੍ਹ 2-3 ਮਹੀਨੇ ਗਰਮੇ ਦੇ ਕੇ ਰੱਖਣ, ਸਰਦੀਆਂ 'ਚ ਨਾਲ ਘਿਓ ਵਗੈਰਾ ਜਿਹੜਾ ਮਾਲ ਨੂੰ ਮਿਲੇ। ਮਾਲ ਨੂੰ ਤਕਰੀਬਨ 1 ਮਈ ਦਾ ਨਾ 8 ਦਿਨਾਂ 'ਚ ਇੱਕ ਵਾਰੀ ਹੱਕ ਹੁੰਦਾ। ਹੱਕਦਾਰ ਹੁੰਦੀ ਹੈ ਮਈ ਕਿ ਜਿਹੜਾ ਨਾ ਤੇਲ ਵਗੈਰਾ ਉਹਨੂੰ ਗੰਢੇ ਮਿਰਚਾਂ ਮਿਲਣ ਜ਼ਰੂਰ। ਮਾਲ ਫਾਇਦੇਮੰਦ ਰਹਿੰਦਾ, ਮਾਲ ਦਾ ਮਿਹਦਾ ਵੀ ਠੀਕ ਰਹਿੰਦਾ, ਮਾਲ ਉਂਝ ਵੀ ਤੰਦਰੁਸਤ ਰਹਿੰਦਾ। ਐਮਰਜੈਂਸੀ ਤੁਸੀਂ ਕਿਹੜੇ ਨਵਾਸ ਰੱਖੇ ਨੇ? ਦਵਾਈ ਕੋ ਘਰ ਰੱਖੀ ਹੈ? 5 ਗ੍ਰਾਮ ਟੀਕਾ, ਉਹ ਜੋ ਡੰਗਰ ਸੂਏ 4-5 ਦਿਨ ਦਾ ਲਗਾਤਾਰ ਲਗਾਉਣਾ ਚਾਹੀਦਾ ਨਾ। ਅੱਛਾ, ਉਹ 4-5 ਦਿਨ ਜਿਹੜਾ ਨਾ ਮਾਲ ਲਈ ਬੜਾ ਫਾਇਦੇਮੰਦ ਹੈ 5 ਗ੍ਰਾਮ ਦਾ ਟੀਕਾ ਜਿਹੜਾ। ਠੀਕ ਹੈ, ਹਾਂਜੀ। ਤੇ ਉਹਦੇ ਬਾਅਦ ਟੈਰਾਮਾਈਸਿਨ ਹੈ, ਠੀਕ ਹੈ, ਬੀ ਕੰਪਲੈਕਸ ਹੈ, और तो इलावा 1-2 टीका और पिया है, वो 1000 आई रखना। डिक्लोस्टार जो भी बहुत अच्छा, जो माल सुनता ना वो ज़्यादातर माल एक्शन होंगे। यही 2-4 दिन 5 दिन डंगर की केयर कर ली 10 दिन, तो पूरा तकरीबन सुबह जो 6-7 महीने दुध देन का माल का तकरीबन अल्लाह की मेहरबानी सैट रहा है। असं लोग ज़्यादातर जो माल सुनता बहुत मालों में लापरवाही कर जो माल सुनता है ना, उदों 5-7 दिन मेहनत कर ली ने, तो माल कर्म वाला जो माशाअल्लाह 6-7 महीने की जी ओस है ना बड़ी ठीक गुजरती माल। ਤੁਸੀਂ ਇਹ ਡੰਗਰ ਵੱਖਰੇ रखे ने, यानी सून वालियां वक्रियां ने? हाँ जी, लैदा वाड़े बने ने, बाहर जो माल जाना ना एक थाई माल ने कट्ठे वाड़ा अलग। हाँ जी, वाड़े लैदा ने इन्हां दे बने। आयो जरा विखाओ सानू सा वाड़ा। हाँ जी, आ जाओ जी। ਇਹਦੇ ਵਿੱਚ ਮਾਸ਼ਾਅੱਲਾ ਬਛੜੇ ਵੀ ਦੇਖਿਆ ਤੁਸੀਂ ਵੇਖਿਆ ਜੇ, ਉਹ ਬਛੜੇ ਰੱਖੇ ਨੇ, ਉਹ ਹੀ ਸਾਡਾ ਫਾਇਦਾ ਹੁੰਦਾ ਅਸਲ ਮਾਲ ਵਾਲੇ ਬੰਦੇ ਦਾ, ਜੇ ਮਿਹਨਤ ਕਰ ਲੇ ਤੇ। ਹੁਣ ਘਰ ਦੀਆਂ ਕੱਟੀਆਂ ਮੇਰੀਆਂ ਮਾਸ਼ਾਅੱਲਾ 6 ਨੇ, ਠੀਕ ਹੈ, ਜਿਹਦੇ ਇੱਕ ਸੂਪ ਪਈ ਹੈ, ਸਹੀ ਹੈ, 5 ਮਾਸ਼ਾਅੱਲਾ ਸੌਣ ਵਾਲੀਆਂ ਨੇ, ਠੀਕ ਹੈ। ਹਾਂਜੀ, ਸਹੀ ਹੈ। ਚਲੋ ਹੁਣ ਬਾਹਰੋਂ ਲੈਣ ਜਾਈਏ ਤੇ ਮਾਸ਼ਾਅੱਲਾ ਇਹ ਵੀ ਜਿਹੜੀਆਂ ਨਾ 15-17 ਲੱਖ ਰੁਪਏ ਦਾ ਮਾਲ ਹੈ, ਠੀਕ ਹੈ ਜੀ, ਠੀਕ ਹੈ। ਹੁਣ ਯਕਦਾ ਮਾਲ ਵਾਲੇ ਬੰਦੇ ਨੂੰ 15-17 ਲੱਖ ਰੁਪਏ ਕਿੱਥੋਂ ਆਣਾ? ਨਹੀਂ ਜੀ ਨਹੀਂ। ਹਾਂਜੀ, ਜ਼ਬਰਦਸਤ। ਤੇ ਇਹ ਜਰਾ ਆਪਣਾ ਫਾਇਦਾ ਹੁੰਦਾ ਮੇਨ ਮਾਲ ਵਾਲੇ ਬੰਦੇ ਜਦੋਂ ਮਾਲ ਵਾਲੇ ਸੋਚਣ ਤੇ, ਠੀਕ ਹੋ, ਜਿੱਥੇ ਮਤਲਬ 50 ਮਈਆਂ ਨੇ, 50 ਮਈਆਂ ਦੇ ਬੱਚੜੇ ਨਾ ਪਾਲਣ, ਜੀ ਜੀ, 10 ਦੇ ਪਾਲ ਲੈਣ, ਠੀਕ ਹੈ, ਉਹ ਤਾਂ ਸਮਝ ਆਈ ਜਾਂਦੇ ਨਾ ਬੰਦੇ 'ਚ, ਠੀਕ ਹੈ। 10 ਦੇ ਵਿੱਚ ਭਾਵੇਂ 5 ਕੱਟੇ ਰੱਖ ਲੈਣ, 5 ਕੱਟੀਆਂ ਰੱਖ ਲੈਣ, ਠੀਕ ਹੈ। ਹਾਂਜੀ, 5-5 ਵੀ ਰਲੀ ਜਾਣ ਨਾ ਮਾਸ਼ਾਅੱਲਾ, ਠੀਕ ਹੈ, ਤੇ ਬੰਦੇ ਦੀ ਜਿਹੜਾ ਨਾ ਐਵਰੇਜ ਸੈੱਟ ਰਹਿੰਦੀ ਹੈ, ਬਾਹਰੋਂ ਮਾਲ ਲੈਣ ਦੀ ਲੋੜ ਨਹੀਂ ਪੈਂਦੀ, ਕਰਦੇ ਥੱਲੇ ਦੀ ਬੰਦਾ ਹੁੰਦਾ। ਅੱਛਾ ਜਨਵੀਰ ਭਾਈ, ਇਹ ਦੱਸਿਓ ਕਿ ਮਾਸ਼ਾਅੱਲਾ ਤੁਹਾਡੇ ਕੋਲ 100 ਦੇ ਕਰੀਬ ਜਾਨਵਰ ਨੇ। ਹਾਂਜੀ, ਇਹਨਾਂ ਦਾ ਜਿਹੜਾ ਗੋਬਰ ਹੈ ਉਹ ਜ਼ਾਇਆ ਕਰਦੇ ਹੋ ਕਿ ਕਿਸੇ ਇਸਤੇਮਾਲ ਚ ਲਿਆਉਂਦੇ ਹੋ? ਨਹੀਂ, ਇਹ ਜ਼ਿਆਦਾਤਰ ਪੈਲੀਆਂ ਦੇ ਖੜਦੇ ਨੇ ਸਾਡੇ ਕੋਲ। ਹਾਂ, ਜ਼ਾਇਆ ਨਹੀਂ ਹੁੰਦਾ, ਉਹ ਪੈਲੀਆਂ ਦੇ ਲੈ ਜਾਂਦੇ ਨੇ ਜ਼ਿਆਦਾਤਰ। ਨਹੀਂ, ਉਹ ਬੰਦੇ ਨੇ ਆਪਣੇ ਕੋਲ ਹੀ, ਉਹ ਲੈ ਜਾਂਦੇ ਨੇ, ਉਹ ਪੱਠੇ ਵਗੈਰਾ ਬੀਜਦੇ ਨੇ, ਉਹ ਜਿਹਦਾ ਫਾਇਦਾ ਜ਼ਿਆਦਾ ਹੀ ਜਾਂਦਾ ਜ਼ਰਾ ਖਾਦ ਨਾਲ ਤੁਹਾਨੂੰ। ਹਾਂਜੀ, ਕਿੰਨੇ ਕਿਸ ਹਿਸਾਬ ਨਾਲ? ਉਹ 1000 ਰੁਪਏ ਦੀ ਟਰਾਲੀ ਖੜਦੇ ਨੇ। 1000 ਰੁਪਏ ਦੀ ਟਰਾਲੀ? ਚਲੋ ਅਸੀਂ ਜਿਹੜਾ ਕਿੰਨੇ ਦਿਨ ਚ ਤੁਹਾਡੀ ਖੁੱਲ ਜਾਂਦੀ ਹੈ? ਸਾਡੀ 2 ਦਿਨਾਂ ਚ। ਤੇ ਨਵੀਦ ਭਾਈ, ਅਸੀਂ ਤੁਹਾਨੂੰ ਕਾਫੀ ਸਾਰੀ ਗੱਲਾਂ ਪੁੱਛੀਆਂ ਨੇ, ਆਖਰੀ ਗੱਲ ਦੇ ਤੌਰ ਤੇ ਤੋਹਫਾਤਨ ਮੱਝਾਂ ਪਾਲਣ ਵਾਲੇ ਹਜ਼ਰਾਤ ਨੂੰ ਜਾਂ ਡੇਅਰੀ ਫਾਰਮਰ ਨੂੰ ਤੁਸੀਂ ਕੋਈ ਗੱਲ ਦੱਸਣਾ ਚਾਹੋ ਜਿਹੜੀ ਕਿਸੇ ਦੇ ਕੰਮ ਆਈਏ ਆਪਣੀ ਤਰਫੋਂ, ਤੇ ਜ਼ਰੂਰ ਦੱਸੋ ਜਿਹੜੀ ਅਸੀਂ ਨਹੀਂ ਪੁੱਛੀ। ਜ਼ਰੂਰੀ ਹੈ ਇਹ ਭਾਈ ਜਿਹੜਾ ਤੁਹਾਨੂੰ ਕਿਹਾ ਕਿ ਮਾਸ਼ਾਅੱਲਾ ਐਵਰੇਜ ਹੈ, ਲੋਕ ਨਹੀਂ ਨਾ ਕੱਢਦੇ ਆ, ਜਿਸੇ 50 ਮਈਆਂ ਲੋਕਾਂ ਨੇ 100 ਮਈ ਰੱਖੀ ਦੀ ਹੈ, ਬਚੜਾ ਇੱਕ ਨਹੀਂ ਰੱਖਣਾ ਹੈ, ਠੀਕ ਹੈ, ਉਹ ਨੁਕਸਾਨ ਦੇ ਹੋ ਜਾਂਦਾ ਉਹਨੂੰ। ਜੋ ਬਚੜੇ ਕੋ 10-20 ਪਾਲੇ ਹੋਣ ਨਾ ਕੱਟੇ, ਤੇ ਜਦੋਂ ਮਾਲ ਸੁੱਕਦਾ ਹੈ ਤੇ ਉਹ ਮਾਲ ਬਚੜਾ ਦੇ ਕੇ ਤੇ ਬੰਦਾ ਤੂੜੀ ਵੰਡਾ ਆਪਣੀ ਜ਼ਰੂਰੀਅਤ 2-3 ਮਹੀਨੇ ਜਿਹੜੇ ਔਖੇ ਹੁੰਦੇ ਨਾ ਜ਼ਿਆਦਾਤਰ, ਉਹ ਬੰਦਾ ਗੁਜ਼ਾਰ ਲੈਂਦਾ। ਠੀਕ ਹੋ ਗਿਆ, ਇਹ ਸਭ ਤੋਂ ਵੱਡਾ ਮੇਨ ਫਾਇਦਾ ਹੈ। ਜ਼ਬਰਦਸਤ, ਹਾਂਜੀ, ਬਹੁਤ ਸ਼ੁਕਰੀਆ ਭਾਈ। ਅੱਛਾ, ਅਗਰ ਕਿਸੇ ਦੋਸਤ ਨੂੰ ਕੋਈ ਮਸ਼ਵਰਾ ਚਾਹੀਦਾ, ਇਨਫੋਰਮੇਸ਼ਨ ਚਾਹੀਦੀ ਹੋਵੇ ਜਾਂ ਕੋਈ ਮੱਝ ਚਾਹੀਦੀ ਹੋਵੇ, ਕਿਆ ਤੁਹਾਡੇ ਨਾਲ ਰਾਬਤਾ ਕਰ ਸਕਦਾ? ਕੋਈ ਗੱਲ ਨਹੀਂ ਭਾਈ, ਤਾਬਿਆ ਦਾ ਕੋਈ ਫ਼ੋਨ ਨੰਬਰ ਤੁਸੀਂ ਭਾਈ ਮੈਂ ਲਿਖ ਲਓ ਜੀ, ਬੋਲੋ। 0337 ਜੀ 4854 ਜੀ 177। ਬਹੁਤ ਸ਼ੁਕਰੀਆ ਭਾਈ, अस्सलाम वालेकुम। वालेकुम।